Hello students, my name is Charandeep Sonia. I am bio lecturer from Government Senior Secondary School Mehla, District Sangrur. ਬੇਟਾ ਮੈਂ ਤੁਹਾਨੂੰ ਪਹਿਲਾਂ ਡਿਸਆਰਡਰਸ ਬਾਰੇ ਜੈਨੇਟਿਕ ਡਿਸਆਰਡਰਸ ਬਾਰੇ ਦੱਸਿਆ ਸੀ, ਉਹਦੇ ਨਾਲ ਰਿਲੇਟਿਡ ਡਿਜ਼ੀਜ਼ਿਸ ਬਾਰੇ ਵੀ ਕੀਤਾ ਸੀ, ਫੁੱਲ ਐਕਸਪਲੇਨ ਕੀਤਾ ਸੀ, ਕ੍ਰੋਸਿਸ ਕਰ ਲਏ। ਠੀਕ ਹੈ, ਨੈਕਸਟ ਹੁਣ ਅੱਜ ਆਪਾਂ ਕਰਾਂਗੇ ਬੱਚਿਓ ਕ੍ਰੋਮੋਸੋਮਲ ਅਬਨੋਰਮੈਲਿਟੀਜ਼ ਜਾਂ ਕ੍ਰੋਮੋਸੋਮਲ ਡਿਸਆਰਡਰਸ। ਠੀਕ ਹੈ ਬੇਟੇ, ਆ ਜਿਹੜੀ ਕ੍ਰੋਮੋਸੋਮਸ ਐਂਡ ਅਬਨੋਰਮੈਲਿਟੀ ਦੇ ਵਿੱਚ ਇੱਕ ਸਟਰਕਚਰ ਬਣਾਈ ਹੋਈ ਹੈ। ਦਿਸ ਇਜ਼ ਸਟਰਕਚਰ ਆਫ ਕ੍ਰੋਮੋਸੋਮ। ਬੇਟਾ ਸੈਂਟਰ 'ਚ ਜਿੱਥੇ ਚਾਰੋਂ ਪਾਰਟਸ ਅਟੈਚਡ ਨੇ ਇਹਨੂੰ ਆਪਾਂ ਸੈਂਟਰੋਮੀਅਰ ਕਹਿੰਦੇ ਹਾਂ, ਅਤੇ ਜਿਹੜੀਆਂ ਆ 4 ਅਲੱਗ-ਅਲੱਗ ਪਾਰਟਸ ਨੇ ਇਹਨਾਂ ਨੂੰ ਆਪਾਂ ਕ੍ਰੋਮੇਟਿਡਸ ਕਹਿੰਦੇ ਹਾਂ। ਤਾਂ ਬੱਚੇ ਅੱਜ ਆਪਾਂ ਕਰਨ ਜਾ ਰਹੇ ਹਾਂ ਕ੍ਰੋਮੋਸੋਮਲ ਡਿਸਆਰਡਰ। ਫਸਟਲੀ ਵੀ ਵਿਲ ਡਿਫਾਈਨ what is chromosomal disorder. It is due to the absence or excess of or abnormal arrangement of one or more chromosomes. ਠੀਕ ਹੈ, ਮੀਨਸ ਕੀ ਆ ਬੱਚੇ, ਇਹਦੇ ਵਿੱਚ ਕਿ ਟੋਟਲ ਹਿਊਮਨ ਬੀਇੰਗਸ ਦੇ ਵਿੱਚ 46 ਕ੍ਰੋਮੋਸੋਮਸ ਹੁੰਦੇ ਨੇ, ਜਾਂ ਤਾਂ ਕਿਸੇ ਦੇ ਵਿੱਚ ਘੱਟ ਹੋਣ, ਐਬਸੈਂਟ ਹੋ ਜੇ ਕੋਈ, 45 ਹੋ ਜਾਣ, 4 ਹੋ ਜਾਣ, ਜਾਂ ਵੱਧ ਜਾਣ 47 48, ਜਾਂ ਉਹਨਾਂ ਦਾ ਅਰੇਂਜਮੈਂਟ ਨਾਰਮਲ ਨਾ ਹੋਵੇ, ਅਬਨੋਰਮਲ ਹੋਵੇ, ਉਹਦੇ ਨਾਲ ਕ੍ਰੋਮੋਸੋਮਲ ਡਿਸਆਰਡਰਸ ਹੋ ਜਾਂਦੇ ਨੇ। ਬੱਚੇ ਜਿਹੜਾ ਮੈਂ ਇਹ ਟੌਪਿਕ ਕਰਵਾ ਰਹੀ ਹਾਂ ਤੁਹਾਡੀ NCERT ਦੇ 91 ਅਤੇ 92 ਪੇਜ 'ਤੇ ਆ। ਮੈਂ ਕੁਝ ਵੀ ਤੁਹਾਨੂੰ ਸਮਝਾਉਂਦੀ ਹਾਂ ਬੱਚੋ ਸਾਈਡ ਵਾਈਜ਼, ਤੁਸੀਂ ਸਾਈਡਵੇ ਨਾਲ NCERT 'ਚੋਂ ਜ਼ਰੂਰ ਪੜ੍ਹਨਾ। ਠੀਕ ਹੈ, ਬੇਸ ਆ NCERT ਆਪਣਾ। ਬੱਚੋ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ, ਇੱਕ ਤਰ੍ਹਾਂ ਨਾਲ ਨਾ ਜਿਵੇਂ ਕੋਈ ਅੱਗੇ ਤੁਸੀਂ ਕੰਪੀਟੀਸ਼ਨ ਐਗਜ਼ਾਮ ਦੇਣੇ ਨੇ, NCERT ਨੂੰ ਅਸੀਂ ਬਾਇਓ ਦਾ ਬਾਈਬਲ ਕਹਿੰਦੇ ਹਾਂ। ਮੀਨਸ ਇਹਦੇ 'ਚ ਸਾਰਾ ਕੁਛ ਆ, ਇਹਦੇ ਕੁਐਸਚਨਸ ਇੱਕ ਲਾਈਨ, ਇੱਕ ਅਕਸ਼ਰ ਨੂੰ ਡੀਪਲੀ ਧਿਆਨ ਨਾਲ ਸਮਝੋ ਤਾਂ ਤੁਹਾਨੂੰ ਬਾਇਓ ਦੇ ਵਿੱਚ ਕਦੇ ਵੀ ਮਾਰ ਨਹੀਂ ਖਾਓਗੇ ਤੁਸੀਂ। ਨੈਕਸਟ ਆ ਬੇਟੇ, ਡਿਪੈਂਡਿੰਗ ਅਪੋਨ ਦਾ ਚੇਂਜ ਇਨ ਦਾ ਨੰਬਰ ਆਫ ਕ੍ਰੋਮੋਸੋਮ ਇਟ ਇਜ਼ ਆਫ 2 ਟਾਈਪਸ, ਐਨਿਊਪਲਾਈਡੀ ਐਂਡ ਪੋਲੀਪਲਾਈਡੀ। ਐਨਿਊਪਲਾਈਡੀ ਮੀਨਸ failure of separate chromatids during cell division। ਮੈਂ ਉੱਪਰ ਸਟਰਕਚਰ ਦਿਖਾਇਆ ਸੀ ਤੁਹਾਨੂੰ, ਜਿਹੜੀਆਂ 4 ਅਲੱਗ-ਅਲੱਗ ਬਾਹਾਂ ਜਿਹੀਆਂ ਸੀ ਉਹਨਾਂ ਨੂੰ ਕ੍ਰੋਮੇਟਿਡਸ ਕਹਿੰਦੇ ਆ। ਮੀਨਸ ਕੀ ਆ, ਜਦੋਂ ਸੈੱਲ ਡਿਵੀਜ਼ਨ ਹੁੰਦੀ ਆ ਦੋਨੋਂ ਉੱਪਰਲੇ ਅਤੇ ਦੋਨੋਂ ਨਿਚਲੇ ਕ੍ਰੋਮੇਟਿਡਸ ਵੱਖਰੇ ਹੁੰਦੇ ਨੇ, ਪਰ ਜਦੋਂ ਇੱਦਾਂ ਦੀ ਐਨਿਊਪਲਾਈਡੀ ਹੋ ਜਾਂਦੀ ਆ ਤਾਂ ਸੈੱਲ ਡਿਵੀਜ਼ਨ ਦੇ ਦੌਰਾਨ ਕ੍ਰੋਮੇਟਿਡ ਸੈਪਰੇਟ ਨਹੀਂ ਹੁੰਦੇ। ਉਹਦੇ ਨਾਲ ਕੀ ਹੋਊਗਾ ਬੱਚੇ, ਲੋਸ ਔਰ ਗੇਨ ਆਫ ਏ ਕ੍ਰੋਮੋਸੋਮ। ਜਾਂ ਤਾਂ ਇੱਕ ਕ੍ਰੋਮੋਸੋਮ, ਕੁਛ ਕ੍ਰੋਮੋਸੋਮ ਉਹਦੇ ਨਾਲ ਅਟੈਚ ਹੋ ਜਾਣਗੇ ਜਾਂ ਉਹਦੇ ਤੋਂ ਕੁਛ ਲੂਜ਼ ਹੋ ਜਾਣਗੇ। ਤਾਂ ਇਹਦੇ ਨਾਲ ਡਿਜ਼ੀਜ਼ ਹੁੰਦੀ ਹੈ ਡਾਊਨਜ਼ ਸਿੰਡਰੋਮ ਐਂਡ ਟਰਨਰਜ਼ ਸਿੰਡਰੋਮ, TURNER, ਟਰਨਰਜ਼ ਸਿੰਡਰੋਮ। NCERT ਦੇ ਫੁੱਲੀ ਐਕਸਪਲੇਨ ਹੈ ਇੱਦਾਂ ਵੀ। ਨੈਕਸਟ ਆ ਪੋਲੀਪਲਾਈਡੀ। ਇਟ ਅਕਰ ਮੇਨਲੀ ਇਨ ਦਾ ਪਲਾਂਟਸ ਐਟ ਦਾ ਟਾਈਮ ਆਫ ਸੈੱਲ ਡਿਵੀਜ਼ਨ। ਠੀਕ ਹੈ, ਪਲਾਂਟਸ ਦੇ ਵਿੱਚ ਹੁੰਦਾ। ਫੇਲਿਅਰ ਟੂ ਸਾਈਟੋਕਾਈਨੇਸਿਸ ਆਫਟਰ ਟੀਲੋਮੀਅਰ ਸਟੇਜ ਆਫ ਸੈੱਲ ਡਿਵੀਜ਼ਨ। ਬੇਟਾ ਜੀ ਸੈੱਲ ਡਿਵੀਜ਼ਨ ਜਾਂ ਸੈੱਲ ਸਾਈਕਲ ਇੱਕ ਬਹੁਤ ਹੀ ਵਾਸਟ ਫੀਲਡ ਆ, ਪੂਰਾ ਅਲੱਗ ਚੈਪਟਰ ਆ। ਉਹਦੀ ਡਿਟੇਲ ਆਪਾਂ ਇੱਥੇ ਕੁਝ ਜ਼ਿਆਦਾ ਨਹੀਂ ਕਰਾਂਗੇ, ਮੈਂ ਤੁਹਾਨੂੰ ਓਨਾ ਕੁ ਦੱਸੂ ਜਿੰਨਾ ਕੁ ਸਾਨੂੰ ਜੈਨੇਟਿਕਸ ਦੇ ਵਿੱਚ ਜ਼ਰੂਰਤ ਆ। ਠੀਕ ਹੈ, ਤਾਂ ਸੈੱਲ ਡਿਵੀਜ਼ਨ ਦੇ ਵਿੱਚ ਡਿਫਰੈਂਟ ਸਟੇਜਿਸ ਹੁੰਦੀਆਂ ਨੇ, ਮੈਂ ਨੈਕਸਟ ਵੀਡੀਓ 'ਚ ਐਕਸਪਲੇਨ ਕਰਦੀ ਹਾਂ, ਨੈਕਸਟ ਸਲਾਈਡ 'ਚ ਐਕਸਪਲੇਨ ਕਰਦੀ ਹਾਂ। ਤਾਂ ਸੈੱਲ ਡਿਵੀਜ਼ਨ 'ਚ ਡਿਫਰੈਂਟ ਸਟੇਜਿਸ ਹੁੰਦੀਆਂ ਨੇ, ਤਾਂ ਉਹਦੇ ਵਿੱਚ ਕੀ ਹੈ, ਟੀਲੋਮੀਅਰ ਤੋਂ ਬਾਅਦ ਇਹਦੇ 'ਚ ਸਾਈਟੋਕਾਈਨਸਿਸ ਨਹੀਂ ਹੁੰਦੀ। ਉਹਦੇ ਨਾਲ ਕੀ ਹੋਊਗਾ, ਰਿਜ਼ਲਟ ਇਨ ਦਾ ਹੋਲ ਸੈਟ ਆਫ ਕ੍ਰੋਮੋਸੋਮ ਮੀਨਸ ਇਨ ਦਾ ਇਨਕਰੀਜ਼। ਆ ਦੇਖੋ ਜਿਹੜਾ ਨਾ ਇਨ ਤੋਂ ਬਾਅਦ ਮੈਂ 2 ਲਾਈਨਸ ਪਾ ਕੇ ਉੱਪਰ ਐਰੋ ਪਾਈਆਂ ਨੇ। ਠੀਕ ਹੈ, ਇਨਕਰੀਜ਼ ਸ਼ੋ ਕਰ ਰਹੀ ਹਾਂ, ਤੁਸੀਂ ਉਰੇ ਇਨਕਰੀਜ਼ ਵਰਡ ਵੀ ਲਿਖ ਸਕਦੇ ਹੋ। ਇਨਕਰੀਜ਼ ਇਨ ਦਾ ਹੋਲ ਸੈਟ ਆਫ ਕ੍ਰੋਮੋਸੋਮ, ਡਿਜ਼ੀਜ਼ ਹੋ ਜੂਗੀ ਇਹਦੀ ਲਾਈਨਫੈਲਟਰ ਸਿੰਡਰੋਮ। ਠੀਕ ਹੈ, SYN ਸਿੰਡਰੋਮ ਸ਼ੋ ਕਰ ਦਿੰਦਾ। ਆ ਦੇਖੋ ਬੱਚੇ ਸੈੱਲ ਸਾਈਕਲ ਆ ਜਿਹੜਾ, ਇਹਨੂੰ ਤੁਸੀਂ ਇੱਕ ਲਾਈਨ ਦੇ ਨਾਲ ਆਪਾਂ ਕੁਛ ਕੋਟੇਸ਼ਨ ਟਾਈਪ ਬਣਾਇਆ, ਯਾਦ ਕਰ ਸਕਦੇ ਹੋ ਇਹਦੇ ਸਟੇਜਿਸ। I pass my algebra test, I for interphase, P for prophase, M for metaphase, A for anaphase, T for telophase। ਠੀਕ ਹੈ ਬੇਟਾ, ਇੰਟਰਫੇਸ ਦੇ ਵਿੱਚ ਕੀ ਹੁੰਦਾ, ਜਿਹੜੇ ਕ੍ਰੋਮੋਸੋਮਸ ਨੇ ਉਹ ਕੰਡੈਂਸਡ ਫਾਰਮ ਦੇ ਵਿੱਚ ਨੇ, ਕਾਫੀ ਇਕੱਠੇ ਨੇ।
ਪ੍ਰੋਫੇਜ਼ ਦੇ ਵਿੱਚ ਉਹਨਾਂ ਦੀ ਕੰਡੈਂਸੇਸ਼ਨ ਥੋੜ੍ਹੀ ਘੱਟ ਹੋ ਜਾਂਦੀ ਆ, ਤਾਂ ਥੋੜ੍ਹਾ ਖੁੱਲ੍ਹਾ ਹੋ ਜਾਂਦਾ। ਨੈਕਸਟ ਆ ਬੱਚੇ ਮੈਟਾਫੇਜ਼। ਆ ਦੇਖੋ ਮੈਟਾਫੇਜ਼ ਦੇ ਵਿੱਚ ਨਾ, ਜਿਵੇਂ ਧਰਤੀ ਦੇ ਵਿੱਚ ਭੂ ਮੱਧ ਰੇਖਾ ਹੁੰਦੀ ਹੈ, ਇਕੁਏਟਰ ਕਹਿੰਦੇ ਆ, ਇਹਦੇ ਵੀ ਇਕੁਏਟਰ ਹੁੰਦਾ। ਇਹ ਸੈੱਲ ਸਾਈਕਲ ਦੀਆਂ ਡਿਫਰੈਂਟ ਸਟੇਜਿਸ ਨੇ। ਸੈਂਟਰ 'ਚ ਇਕੁਏਟਰ 'ਤੇ ਕ੍ਰੋਮੋਸੋਮਸ ਇਕੱਠੇ ਹੋ ਲੱਗ ਜਾਂਦੇ ਨੇ, ਕਰੋਸਿਸ ਜਿਹੜੇ ਬਣਾਏ ਹੋਏ ਨੇ, ਇਹ ਕ੍ਰੋਮੋਸੋਮਸ ਸ਼ੋ ਹੋ ਰਹੇ ਨੇ, ਠੀਕ ਹੈ। ਐਂਡ ਜਿਹੜੇ ਚਾਰੋਂ ਕ੍ਰੋਮੋਸੋਮਸ ਦੇ ਉੱਪਰ ਅਤੇ ਨੀਚੇ 4 ਲਾਈਨਸ ਜਾ ਰਹੀਆਂ ਨੇ, ਦੀਜ਼ ਆਰ ਸਪਿੰਡਲ ਫਾਈਬਰਸ। ਐਨਾਫੇਜ਼ ਦੇ ਵਿੱਚ ਕੀ ਹੁੰਦਾ ਬੇਟੇ, ਕ੍ਰੋਮੋਟਿਡਸ ਵੱਖਰੇ ਵੱਖਰੇ ਹੋ ਜਾਂਦੇ ਨੇ, ਸਪਿੰਡਲ ਫਾਈਬਰ ਦਾ ਸਾਈਜ਼ ਛੋਟਾ ਹੋ ਜਾਂਦਾ। ਐਂਡ ਨੈਕਸਟ ਹੈ ਟੀਲੋਫੇਜ਼। ਟੀਲੋਫੇਜ਼ ਦੇ ਵਿੱਚ ਕੀ ਹੁੰਦਾ, ਜਿਹੜੀ ਦੋਨੋਂ ਕ੍ਰੋਮੋਟਿਡਸ ਸੀਗੇ, ਮਤਲਬ ਕ੍ਰੋਮੋਸੋਮਸ ਬਣ ਗਏ, ਤਾਂ ਉਹ ਦੋਨੋਂ ਸਾਈਡਸ 'ਤੇ ਇਕੱਠੇ ਹੋ ਜਾਂਦੇ ਨੇ, ਤਾਂ ਅੱਗੋਂ 2 ਡਿਫਰੈਂਟ ਸੈੱਲਸ ਬਣ ਜਾਂਦੇ ਨੇ। ਬਟ ਜਦੋਂ ਪੋਲੀਪਲਾਈਡੀ ਹੁੰਦੀ ਆ, ਸਾਈਟੋਕਾਈਨਸਿਸ ਐਬਸੈਂਟ ਹੋ ਜਾਂਦੀ ਆ। ਦੇਖੋ ਮੈਂ ਟੇਢੀ ਲਾਈਨ ਰੈੱਡ ਲਾ ਕੇ ਸਾਈਟੋਕਾਈਨਸਿਸ ਸ਼ੋ ਕਰ ਰਹੀ ਹਾਂ ਬੇਟਾ। ਜਦੋਂ ਸਾਈਟੋਕਾਈਨਸਿਸ ਹੋਊਗੀ ਨਹੀਂ, ਤਾਂ ਉਹ ਕੀ ਹੋਊਗਾ, ਹੋਲ ਸੈੱਟ ਆਫ ਕ੍ਰੋਮੋਸੋਮ ਮਤਲਬ ਮਿਲੂਗਾ ਸਾਨੂੰ, 2 ਅਲੱਗ-ਅਲੱਗ ਨਹੀਂ ਬਣਨਗੇ, ਠੀਕ ਹੈ। ਨੈਕਸਟ ਹੈ ਡਿਜ਼ੀਜ਼ ਡਾਊਨਜ਼ ਸਿੰਡਰੋਮ। ਫਸਟ ਡਿਸਕਵਰਡ ਬਾਏ ਲੈਂਗਡਨ ਡਾਊਨ 1801। ਟਰਾਈਸੋਮੀ ਆਫ 21st ਨੰਬਰ ਆਫ ਕ੍ਰੋਮੋਸੋਮ ਮੀਨਸ ਕੀ ਆ, ਦੇਖੋ ਆਪਾਂ ਡਿਪਲੋਇਡ ਆ 2n, ਠੀਕ ਹੈ। 2n ਇਜ਼ ਇਕੁਅਲ ਟੂ 46 ਹੁੰਦਾ, ਆਪਣੇ 46 ਕ੍ਰੋਮੋਸੋਮਸ ਨੇ। ਜੇ ਇੱਕ ਕ੍ਰੋਮੋਸੋਮ 21ਵੇਂ ਦੇ ਨਾਲ ਵੱਧ ਲੱਗ ਜੇ +1, ਤਾਂ 47 ਹੋ ਜਾਣਗੇ, ਐਡੀਸ਼ਨਲ ਕਾਪੀ ਹੋ ਜਾਊਗੀ। ਇਹਦੇ ਸਿੰਪਟਮਸ ਕੀ ਹੋਣਗੇ, ਉਹਨਾਂ ਬੰਦਿਆਂ ਦੇ ਫੇਸ ਰਾਊਂਡਿਡ ਫੇਸ ਹੋਣਗੇ ਬਿਲਕੁਲ, ਮੱਥਾ ਬਹੁਤ ਚੌੜਾ ਹੋਊ, ਬਰੋਡ ਫੋਰਹੈਡ, ਸਮੋਲ ਈਅਰ, ਓਪਨ ਮਾਊਥ, ਮੂੰਹ ਖੁੱਲ੍ਹਾ ਰਹਿੰਦਾ, ਪ੍ਰੋਟਰੂਡਿੰਗ ਟੰਗ, ਜਦੋਂ ਮੂੰਹ ਖੁੱਲ੍ਹਾ ਹੋਊਗਾ ਤਾਂ ਜੀਭ ਬਾਹਰ ਨੂੰ ਲਮਕਦੀ ਹੋਊਗੀ। ਸਕਿਨ ਫੋਲਡਿੰਗ ਐਟ ਆਈ ਕਾਰਨਰ, ਅੱਖ ਦੇ ਕਾਰਨਰ 'ਤੇ ਜਿਹੜੀ ਸਕਿਨ ਆ ਉਹ ਇਕੱਠੀ ਹੋਈ ਵੀ ਹੋਊ। ਅੰਡਰ ਡਿਵੈਲਪ ਗੋਨੈਟਸ, ਜੈਨੀਟੀਅਲ ਔਰਗੇਨਿਜ਼ਮਸ ਜਿਹੜੇ ਹੈਗੇ ਨੇ ਇਹਦੇ, ਉਹ ਡਿਵੈਲਪਮੈਂਟ ਇਹਨਾਂ ਦੀ ਘੱਟ ਹੁੰਦੀ ਹੈ। ਸ਼ਾਰਟ ਨੈਕ ਐਂਡ ਮੇਨ ਕੌਨਜੈਨੀਟੀਅਲ ਹਾਰਟ ਡਿਜ਼ੀਜ਼ਿਸ। NCERT ਦੇ ਡਾਇਗਰਾਮ ਵੀ ਬਣੀ ਹੋਈ ਆ 92 ਪੇਜ 'ਤੇ, 5.6 ਡਾਇਗਰਾਮ ਕੌਨਜੈਨੀਟੀਅਲ ਹਾਰਟ ਡਿਜ਼ੀਜ਼। ਤਾਂ ਇੱਦਾਂ ਦੇ ਜਿਹੜੇ ਪਰਸਨ ਹੁੰਦੇ ਆ, ਉਹਨਾਂ ਨੂੰ ਹਾਰਟ ਡਿਜ਼ੀਜ਼ ਬਹੁਤ ਜ਼ਿਆਦਾ ਹੁੰਦੀਆਂ ਨੇ। ਨੈਕਸਟ ਆ ਬੱਚੋ ਲਾਈਨਫੈਲਟਰ ਸਿੰਡਰੋਮ। ਡਿਸਕਵਰਡ ਬਾਈ ਲਾਈਨਫੈਲਟਰਸ ਇਨ 1942। ਸੈਕਸ ਕੰਪਲੀਮੈਂਟ ਇਜ਼ XXY, ਮੀਨਸ ਜਿਹੜੇ ਮੇਲ ਨੇ XY ਹੁੰਦੇ ਨੇ, ਉਹਨਾਂ ਦੇ ਨਾਲ ਇੱਕ X ਕ੍ਰੋਮੋਸੋਮ ਐਕਸਟਰਾ ਹੋ ਜਾਂਦਾ, ਐਡੀਸ਼ਨਲ ਕਾਪੀ ਹੋ ਜਾਂਦੀ ਆ, ਤਾਂ ਟੋਟਲ 46 ਕ੍ਰੋਮੋਸੋਮਸ ਹੋ ਜਾਂਦੇ ਨੇ। ਜਿਹੜੇ ਇੰਡੀਵਿਜੂਅਲਸ ਹੁੰਦੇ ਨੇ ਉਹ ਮੇਲ ਨੇ, ਉਹਨਾਂ ਦੀਆਂ ਅੰਡਰ ਡਿਵੈਲਪਡ ਟੈਸਟਿਸ ਹੁੰਦੀਆਂ ਨੇ, ਜਿਸ ਦੇ ਕਰਕੇ ਏਜ਼ੂਓਸਪਰਮੀਆ ਮੀਨਸ ਫੇਲਿਊਰ ਆਫ ਫਾਰਮੇਸ਼ਨ ਆਫ ਸਪਰਮਸ, ਏਜ਼ੂਓਸਪਰਮੀਆ ZOO ਆ, ਠੀਕ ਹੈ। S ਅਕਰੈਂਸ ਆਫ ਬਾਰ ਬੋਡੀਜ਼ ਪਹਿਲਾਂ ਐਕਸਪਲੇਨ ਕਰ ਚੁੱਕੀ ਹਾਂ। ਫੀਮਾਈਨ ਕਰੈਕਟਰਸ ਮੀਨਸ ਉਹਨਾਂ ਦੇ ਵਿੱਚ ਲੇਡੀਜ਼ ਵਾਲੇ ਕਰੈਕਟਰਸ ਆ ਜਾਂਦੇ ਨੇ। ਗਾਇਨੈਕੋਮੈਸਟੀਆ, ਗਾਇਨੈਕੋਮੈਸਟੀਆ ਟਰਮ ਦਾ ਮਤਲਬ ਆ ਮੇਲ ਦੇ ਵਿੱਚ ਡਿਵੈਲਪਮੈਂਟ ਹੋ ਜਾਂਦੀ ਹੈ ਥੋੜ੍ਹੀ ਥੋੜ੍ਹੀ ਬ੍ਰੈਸਟ ਦੀ। ਟਰਨਰ ਸਿੰਡਰੋਮ discovered by Turner et al. In 1938. In this syndrome, absence of one of the X chromosome, ਇੱਕ ਘੱਟ ਹੋ ਜਾਂਦਾ, 45 ਰਹਿ ਜਾਂਦੇ ਨੇ, ਤਾਂ ਕ੍ਰੋਮੋਸੋਮ ਪੈਟਰਨ X0 ਇੰਡੀਕੇਟ ਦਾ ਐਬਸੈਂਸ ਆਫ X ਕ੍ਰੋਮੋਸੋਮ। ਜਿਹੜੇ ਇੱਦਾਂ ਦੀਆਂ ਫੀਮੇਲ ਹੋਣਗੀਆਂ ਸਟਰਾਈਲ ਹੋਣਗੀਆਂ, ਮੀਨਸ ਓਵਰੀ ਇਜ਼ ਰੂਡੀਮੈਂਟਰੀ। ਸਟਾਈਲ ਦਾ ਮਤਲਬ ਕੀ ਹੋਊਗਾ ਬੇਟਾ, ਵੀ ਉਹ ਬੱਚੇ ਪੈਦਾ, ਇੱਕ ਹੁੰਦਾ ਫਰਟਾਈਲ, ਇੱਕ ਹੁੰਦਾ ਸਰਟਾਈਲ, ਤਾਂ ਉਹਦੇ ਬੱਚੇ ਉਹ ਨਹੀਂ ਪੈਦਾ ਕਰ ਸਕਦੇ। ਲੈਕ ਆਫ ਸੈਕੰਡਰੀ ਸੈਕਸੁਅਲ ਕਰੈਕਟਰਸ, ਸੈਕੰਡਰੀ ਸੈਕਸੁਅਲ ਕਰੈਕਟਰਸ ਉਹਨਾਂ 'ਚ ਐਬਸੈਂਟ ਹੋ ਜਾਂਦੇ ਨੇ। ਜਿਹੜੀ ਰੂਡੀਮੈਂਟਰੀ ਓਵਰੀ ਹੁੰਦੀ, ਵੀ ਓਵਰੀ ਉਹਨਾਂ ਦੀ ਵਰਕ ਨਹੀਂ ਕਰਦੀ, ਹਾਰਮੋਨਸ ਪ੍ਰੋਜੈਸਟੀਰੋਨ ਵਗੈਰਾ ਨਹੀਂ ਪ੍ਰੋਪਰਲੀ ਬਣਦੇ, ਓਵਮ ਨਹੀਂ ਬਣਦਾ, ਠੀਕ ਹੈ। ਨੈਕਸਟ ਸਾਡੇ ਕੋਲ ਇਹ ਡਿਜ਼ੀਜ਼ਿਸ ਹੋ ਗਈਆਂ। ਹੁਣ ਆਪਾਂ ਕੁਐਸਚਨ ਕਰਦੇ ਹਾਂ। ਡਾਊਨ ਸਿੰਡਰੋਮ ਇਨ ਹਿਊਮਨ ਇਜ਼ ਡਿਊ ਟੂ, ਪਤਾ ਹੀ ਹੈ ਤੁਹਾਨੂੰ, 3 ਕਾਪੀਜ਼ ਆਫ ਕ੍ਰੋਮੋਸੋਮ ਨੰਬਰ 21 AIPMT 'ਚ ਆਇਆ ਹੋਇਆ। ਇਹ ਫੀਮੇਲ ਵਿਦ 47 ਕ੍ਰੋਮੋਸੋਮ
due to 3 copies of chromosome 21 is characterized by ਪਹਿਲੇ ਦਾ ਉਲਟ ਤਰੀਕੇ ਨਾਲ ਆ Down syndrome. And next, a person with sex chromosome XXY suffers from ਜਿਹਦੇ ਚ XXY ਹੋਊਗਾ ਲਾਈਨ ਫਿਲਟਰ ਸਿੰਡਰੋਮ। ਬੱਚੇ ਕੁਐਸਚਨ AIPMT ਚ ਆਏ ਹੋਏ ਨੇ। ਤਾਂ ਥੈਂਕਸ ਫॉर ਵਾਚਿੰਗ। ਧਿਆਨ ਨਾਲ ਨੋਟਸ ਬਣਾਇਓ, ਸਮਝਿਓ, ਲਿਖਿਓ। ਕੋਈ ਪ੍ਰੋਬਲਮ ਹੋਈ ਤਾਂ ਮੈਨੂੰ ਜਦੋਂ ਮਰਜ਼ੀ ਪੁੱਛ ਸਕਦੇ। ਥੈਂਕ ਯੂ ਬੇਟਾ।